ਆਪਾਂ ਗੁਰਦੀਪ ਜੀ ਤੋਂ ਵੀ ਇੱਕ ਰਿਐਕਸ਼ਨ ਲੈ ਲਈਏ। ਗੁਰਦੀਪ ਜੀ ਦੇਖੋ, ਇਸ ਸਮੇਂ ਕਾਨੂੰਨ ਰੱਦ ਕਰਵਾਉਣ ਵਾਲੀ ਤੁਹਾਡੀ ਮੰਗ ਹੈਗੀ ਹੈ, ਪਰ ਪ੍ਰੋਫੈਸਰ ਸਾਹਿਬ ਦੀ ਗੱਲ ਨੂੰ ਜੇਕਰ ਸਮਝਿਆ ਜਾਵੇ ਤਾਂ ਬਹੁਤ ਇੰਪੋਰਟੈਂਟ ਉਹਨਾਂ ਨੇ ਪੁਆਇੰਟ ਚੁੱਕਿਆ ਹੈ ਕਿ ਜੇਕਰ ਅੱਜ ਰੱਦ ਵੀ ਕਰ ਦਿੱਤੇ, ਹੁਣ ਕੱਲ ਨੂੰ ਪੰਜਾਬ ਨੂੰ ਸੀਸੀਐਲ ਦੀ ਲਿਮਿਟ ਦੇਣੀ ਬੰਦ ਕਰਤੀ ਕੇਂਦਰ ਦੀ ਸਰਕਾਰ ਨੇ, ਫਿਰ ਕੀ ਹੋਏਗਾ? ਆਪਾਂ ਨੂੰ ਵੀ ਪਤਾ ਕਿ ਦਿੱਕਤ ਤਾਂ ਫਿਰ ਬਹੁਤ ਆ ਸਕਦੀ ਹੈ। ਹੁਣ ਪੰਜਾਬ ਦਾ ਤਾਂ ਟੋਟਲ ਬਜਟ ਹੁੰਦਾ 1 ਲੱਖ ਕਰੋੜ ਦਾ, ਤਕਰੀਬਨ 1 ਲੱਖ ਕਰੋੜ ਦਾ, तो ਉਹਦੇ ਵਿੱਚੋਂ 35,000 ਕਰੋੜ 6 ਮਹੀਨੇ ਬਾਅਦ ਕੱਢਣੇ, 70,000 ਕਰੋੜ ਪੰਜਾਬ ਸਰਕਾਰ ਦੀ ਸਮਰੱਥਾ ਤਾਂ ਨਹੀਂ ਹੈ। ਤੁਸੀਂ ਵੀ ਸਮਝਦੇ ਹੋ ਇਸ ਗੱਲ ਨੂੰ ਕਿ ਸਾਰੀ ਫਸਲ 2 ਲੱਖ ਮੈਟ੍ਰਿਕ ਟਨ ਜੇ ਸਾਡੇ ਕੋਲ ਇੱਥੇ ਝੋਨਾ ਹੋ ਰਿਹਾ ਤਾਂ ਪੰਜਾਬ ਦੀ ਸਰਕਾਰ ਖਰੀਦ ਲੇਗੀ, ਨਹੀਂ ਖਰੀਦ ਸਕਦੀ, ਤੁਹਾਨੂੰ ਵੀ ਪਤਾ ਹੈ। ਤੁਹਾਨੂੰ ਨਹੀਂ ਲੱਗਦਾ ਕਿ ਐਮਐਸਪੀ ਵਾਲਾ ਜ਼ਿਆਦਾ ਮੇਨ ਇਸ਼ੂ ਹੈ ਕਾਨੂੰਨ ਰੱਦ ਕਰਨ ਦੇ ਨਾਲ? गौरव जी, सब तो पहला तो वेखो, मैं पहले भी गल की सी, अशोक जी ने स्वाए दोष लाउण तो होर कुछ नहीं गा। देखो कहते असीं कहा सी बच्चों नूं बजुर्गों नूं आके वेखो तो सही साडी हालत की आ यार। कोई मतलब आए आके बह जूगा सड़कों ते 10 दिन बह के विखाउण, असीं किसानी नूं बचाउण वास्ते, आपदे खेतां नूं बचाउण वास्ते आए हैं। इत्थे उही नहीं बैठे गए साडे बजुर्ग, बच्चे, साडे नौजवान उही नहीं बैठे गए। सानूं पता चंगी तरह भी ये ਜਿਹੜੇ ਕਾਨੂੰਨ ਆ ਸਾਡੇ ਕਿਵੇਂ ਮੌਤ ਦੇ ਵਾਰੰਟ ਨੇ। ਦੂਜੀ ਗੱਲ, 3 ਕਾਨੂੰਨ ਰੱਦ ਜੇ ਨਹੀਂ ਹੁੰਦੇ, ਐਮਐਸਪੀ ਆਪਣੇ ਆਪ ਚ ਕੁਝ ਨਹੀਂ ਪੰਜਾਬ ਚ ਲਾਗੂ ਆ। ਨਰਮੇ ਸਾਡੀ 500 600 ਲੁੱਟ, ਨਾਲੇ ਕਿ ਸਾਡੀ ਤਾਂ ਮੰਗਾਂ ਨੇ ਕਾਨੂੰਨ ਬਣੇ 500 ਰੁਪਇਆ ਲੁੱਟ ਹੁੰਦੀ ਆ, ਮੱਕੀ ਚੋਂ ਲੁੱਟ ਹੁੰਦੀ ਆ। ਇਹ 3 ਕਾਨੂੰਨ ਦੇ ਨਾਲ ਹੀ ਗੱਲ ਬਣਨੀ ਹੈ। 3 ਕਾਨੂੰਨ ਰੱਦ ਹੋਣਗੇ ਤੇ ਐਮਐਸਪੀ ਨੂੰ ਕਾਨੂੰਨੀ ਤੌਰ ਤੇ ਕਾਨੂੰਨ ਬਣਾਇਆ ਜਾਵੇ। चलो ठीक है, मैं तुहाडे कोल वापस आना, ਆਪਾਂ इसी पॉइंट ਤੇ ਗੱਲਬਾਤ ਨੂੰ ਅੱਗੇ ਵਧਾਵਾਂਗੇ। ਗੁਰਦੀਪ ਜੀ, मैं तुहाडे कोल वापस आना, पंकज कपाई ਦਾ रुख ਕਰਾਂਗੇ। ਉਥੋਂ ਅਪਡੇਟ ਹੈ ਕੁਝ ਵਿਗਿਆਨ ਭਵਨ ਤੋਂ, ਅਪਡੇਟ ਹੈ ਕੁਝ ਪੰਕਜ ਕਪਾਈ ਕੋਲ। पंकज, गौरव 2:35 ਤੇ ਮੀਟਿੰਗ ਸ਼ੁਰੂ ਹੋਈ ਸੀਗੀ ਔਰ ਹੁਣ ਇਸ ਵੇਲੇ ਲੰਗਰ ਜਿਹੜਾ ਹੈ ਉਹ ਵੀ ਪਹੁੰਚ ਚੁੱਕਿਆ ਹੈ। ਲੰਗਰ ਦਾ ਜ਼ਿਕਰ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਹਰ ਵਾਰ ਲੰਚ ਜਿਹੜਾ ਹੈ ਇੱਕ ਮੀਟਿੰਗ ਦੇ ਵਿੱਚ ਚਰਚਾ ਦਾ ਵਿਸ਼ਾ ਰਹਿੰਦਾ ਹੈ ਔਰ ਜਦੋਂ ਸਰਕਾਰੀ ਰੋਟੀ ਖਾਣ ਤੋਂ ਮਨਾ ਕਰ ਦਿੱਤਾ ਜਾਂਦਾ ਹੈ ਤਾਂ ਉਦੋਂ ਫਿਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਲੰਗਰ ਜਿਹੜਾ ਹੈ ਹਰ ਵਾਰ ਇੱਥੇ ਪਹੁੰਚਦਾ ਹੈ ਔਰ ਇਸ ਵਾਰ ਫਿਰ ਕਿਸਾਨ ਜਥੇਬੰਦੀਆਂ ਦੇ ਲਈ ਲੰਗਰ ਪਹੁੰਚ ਚੁੱਕਿਆ ਹੈ। ਥੋੜੀ ਦੇਰ 'ਚ 3 ਕੇ ਇਸ ਵੇਲੇ ਲਗਭਗ 10 ਮਿੰਟ ਦੇ ਕਰੀਬ ਹੋਏ ਨੇ ਔਰ ਉਸ ਤੋਂ ਤਕਰੀਬਨ 20 ਤੋਂ 25 ਮਿੰਟ ਬਾਅਦ ਇੱਥੇ ਲੰਗਰ ਜਿਹੜਾ ਵਾ ਉਹ ਅੰਦਰ ਜਾਏਗਾ ਔਰ ਅੰਦਰ ਕਿਸਾਨ ਆਗੂ ਲੰਗਰ ਖਾਣਗੇ। ਔਰ ਵੇਖਣ ਵਾਲੀ ਗੱਲ ਹੋਏਗੀ ਕਿ ਕੀ ਮੰਤਰੀ ਅਤੇ ਕਿਸਾਨ ਜਥੇਬੰਦੀਆਂ ਦੇ ਆਗੂ ਇਕੱਠੇ ਖਾਣਾ ਖਾਂਦੇ ਨੇ, ਇਕੱਠੇ ਲੰਗਰ ਖਾਂਦੇ ਨੇ, ਜਾਂ ਫਿਰ ਜੋ ਤਲਖੀ ਦੇਖਣ ਨੂੰ ਮਿਲਦੀ ਹੈ ਉਹ ਤਲਖੀ ਇੱਕ ਵਾਰ ਫਿਰ ਤੋਂ ਬਰਕਰਾਰ ਰਹੇਗੀ। ਮੀਟਿੰਗ ਸ਼ੁਰੂ ਹੋ ਚੁੱਕੀ ਹੈ, ਮੀਟਿੰਗ 3 ਕਾਨੂੰਨਾਂ ਨੂੰ ਲੈ ਕੇ ਫਿਰ ਤੋਂ ਚਰਚਾ ਹੋ ਰਹੀ ਹੈ, ਲੇਕਿਨ ਦੂਜੇ ਪਾਸੇ ਲੰਗਰ ਵਾਲੀ ਗੱਡੀ ਵੀ ਜਿਹੜੀ ਉਹ ਪਹੁੰਚ ਚੁੱਕੀ ਹੈ ਔਰ ਅੰਦਰ 10 ਤੋਂ 15 ਮਿੰਟ 'ਚ ਪਹੁੰਚ ਰਹੀ ਹੈ। ਔਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਇਹ ਲੰਗਰ ਆਇਆ ਵਾ, ਅੰਦਰ ਲੰਗਰ ਜਾ ਰਿਹਾ ਵਾ। किसान ਅਤੇ ਮੰਤਰੀ ਕੀ ਇੱਕੋ ਟੇਬਲ ਤੇ ਬੈਠ ਕੇ ਜਾਂ ਪੁੰਜੇ ਬੈਠ ਕੇ ਇਸ ਵਾਰ ਲੰਗਰ ਖਾਣਗੇ ਕਿਉਂਕਿ ਪਿਛਲੀ ਮੀਟਿੰਗ ਦੇ ਵਿੱਚ ਮੰਤਰੀ ਜਿਹੜੇ ਨੇ ਉਹ ਅਲੱਗ ਤੋਂ ਚਾਹ ਪੀਂਦੇ ਹੋਏ ਨਜ਼ਰ ਆਏ ਸੀਗੇ ਔਰ ਕਿਸਾਨ ਜਿਹੜੇ ਨੇ ਉਹ ਵਕਤ ਤੋਂ ਲੰਗਰ ਖਾਂਦੇ ਹੋਏ ਨਜ਼ਰ ਆਏ ਸੀ। ਹਾਲਾਂਕਿ ਉਸ ਤੋਂ ਪਹਿਲਾਂ ਮੀਟਿੰਗ 'ਚ ਇਕੱਠੇ ਲੰਗਰ ਮੰਤਰੀ ਅਤੇ ਕਿਸਾਨ ਆਗੂਆਂ ਵੱਲੋਂ ਖਾਧਾ ਗਿਆ ਸੀਗਾ ਔਰ ਤਸਵੀਰਾਂ ਵਿਗਿਆਨ ਭਵਨ ਦੇ ਬਾਹਰ ਦੀਆਂ ਨੇ ਔਰ ਵਿਗਿਆਨ ਭਵਨ ਦੇ ਬਾਹਰ ਇਸ ਵੇਲੇ ਗੌਰਵ ਲੰਗਰ ਪਹੁੰਚ ਚੁੱਕਿਆ ਔਰ ਅੰਦਰ ਜਿਹੜੀ ਹੈ ਉਹ ਮੀਟਿੰਗ ਚੱਲ ਰਹੀ ਹੈ। ਗੌਰਵ, ठीक है, थोड़ी तस्वीरें होर दिखा दो पंकज, ਅਸੀਂ ਤਸਵੀਰਾਂ ਵੀ ਸਾਡੇ ਦਰਸ਼ਕਾਂ ਤੱਕ ਪਹੁੰਚ ਜਾਣ। ਤਸਵੀਰਾਂ ਜ਼ਿਆਦਾ ਨਹੀਂ ਪਹੁੰਚੀਆਂ ਨੇ। ਡੀਐਸਜੀਐਮਸੀ ਦੇ ਵੱਲੋਂ ਲੰਗਰ ਦੀ ਉੱਥੇ ਸੇਵਾ ਨਿਭਾਈ ਜਾਂਦੀ ਹੈ ਤਾਂ ਲੰਗਰ ਪਹੁੰਚ ਚੁੱਕਿਆ। ਥੋੜੀ ਦੇਰ ਦੇ ਵਿੱਚ ਲੰਚ ਬ੍ਰੇਕ ਹੋਏਗਾ, ਪਰ ਪਿਛਲੀ ਵਾਰ ਵੀ ਜੋ ਅਸੀਂ ਵੇਖਣ ਨੂੰ ਮਿਲਿਆ ਸੀ, ਸਾਨੂੰ ਜੋ ਅਸੀਂ ਦੇਖਿਆ ਸੀ ਉਸ ਸਮੇਂ ਇਹੀ ਇੰਪੋਰਟੈਂਟ ਸੀ ਕਿ 2:35 ਤੇ ਮੀਟਿੰਗ ਸ਼ੁਰੂ ਹੋਈ। ਅੱਜ 2:43 ਤੇ ਜਿਵੇਂ ਪੰਕਜ ਨੇ ਦੱਸਿਆ 2:35 ਤੇ ਪਿਛਲੀ ਵਾਰ ਮੀਟਿੰਗ ਸ਼ੁਰੂ ਹੋਈ ਸੀ। 3:15 3:30 ਵਜੇ ਜਾ ਕੇ ਬ੍ਰੇਕ ਲੈ ਲਿਆ ਗਿਆ ਕਿਉਂਕਿ ਅੰਦਰ ਬਹੁਤ ਤਲਖੀ ਹੋ ਗਈ ਸੀ। ਬਲਬੀਰ ਸਿੰਘ ਰਾਜੇਵਾਲ ਹੋਰਾਂ ਦੇ ਵੱਲੋਂ ਤਲਖ ਅੰਦਾਜ਼ ਦੇ ਨਾਲ ਗੱਲਬਾਤ ਉੱਥੇ ਕੀਤੀ ਗਈ ਸੀ। ਤਾਂ ਇਸ ਵਿਚਾਲੇ ਅੱਜ ਦੇਖਣਾ ਹੋਏਗਾ ਕਿ ਗੱਲਬਾਤ ਕਿੰਨੀ ਅੱਗੇ ਵਧਦੀ ਹੈ, ਕਿੰਨੇ ਵਜੇ ਲੰਚ ਬ੍ਰੇਕ ਕੀਤਾ ਜਾਂਦਾ ਹੈ। ਕਿਸਾਨ ਆਗੂ ਇਸ ਤੇ ਵੀ ਬੜਾ ਇਤਰਾਜ਼ ਜਤਾ ਰਹੇ ਸੀ ਕਿ ਗੱਲਬਾਤ ਉੱਥੇ ਕਿੱਥੇ ਹੁੰਦੀ ਹੈ। 2 ਵਜੇ ਦਾ ਟਾਈਮ ਹੁੰਦਾ, 2:30 ਵਜੇ ਪਹੁੰਚਦੇ ਨੇ, 2:30 ਪੌਣੇ 3 ਸ਼ੁਰੂ ਕਰਦੇ ਨੇ, 3:15 3:30 ਕਹਿੰਦੇ ਨੇ ਚਲੋ ਬ੍ਰੇਕ ਲੈ ਲਓ, ਰੋਟੀ ਖਾ ਲਓ, ਫਿਰ ਅੱਧਾ ਪੌਣਾ ਘੰਟਾ ਫਿਰ ਬ੍ਰੇਕ, ਉਸ ਤੋਂ ਬਾਅਦ 15-20 ਮਿੰਟ ਬੈਠਦੇ ਨੇ, ਫਿਰ ਚਾਹ, ਫਿਰ ਉਸ ਤੋਂ ਬਾਅਦ ਜਿਹੜੀ ਥੋੜੀ ਮੀਟਿੰਗ ਕਰਕੇ ਖਤਮ ਕਰ ਦਿੰਦੇ ਨੇ। खैर 2 ਵਜੇ ਮੁਲਾਕਾਤ ਦਾ ਸਮਾਂ ਸੀ, 2:43 ਤੇ ਸ਼ੁਰੂ ਹੋਇਆ। ਇਸ ਸਮੇਂ ਜਿਹੜਾ ਲੰਗਰ ਪਹੁੰਚ ਚੁੱਕਿਆ, ਥੋੜੀ ਦੇਰ ਦੇ ਵਿੱਚ ਲੰਗਰ ਵਾਲੀ ਬ੍ਰੇਕ ਹੋਏਗੀ ਤਾਂ ਉਸ ਸਮੇਂ ਵੀ ਉਮੀਦ ਹੈ ਕਿ ਕੁਝ ਜ਼ਰੂਰ ਸਾਡੇ ਤੱਕ ਪਹੁੰਚੇਗੀ ਜਾਣਕਾਰੀ ਪੰਕਜ ਦੇ ਜ਼ਰੀਏ कि आखिर की कुछ अंदर गलबात हुई है। और देखो लंगर के दौरान भी शायद कोई ना कोई हलचल जरूर होंगे क्योंकि पिछली मीटिंग में देखा सी कि केंद्रीय मंत्रियों ने भी किसानों के नाल लंगर छकिया सी। उन्होंने भी उही लंगर जिहड़ा गुरुद्वारा साहब तो आया सी दिल्ली कमेटी के वालों भेजा जाता उही लंगर छकिया सी। तां किते ना किते उदों भी चर्चा बनी सी कि शायद लंगर दौरान ही कोई अजिही गल विचों निकल के आए जिस दे नाल कोई रास्ता मिल जाए, जिस दे नाल इस जिहड़ी तकरार बनी हुई है, जिहड़ी आपस दे विच गलबात
हालात फिट नहीं बैठ पा रही, शायद उसका कोई विचकारला हल निकल आवे, तो उम्मीद यही बनी हुई। और 8वें दौर की मीटिंग जारी और हुण फिर लंच ब्रेक हुई है, लंगर आया, गुरु का लंगर हुण तो थोड़ी देर बाद छकिया जाना है, पर कि उस तो बाद कोई हल निकलेगा, जिहड़ा सवाल मेन है लगातार उही बनया होया कि 8वें दौर की मीटिंग है, लगातार पिछले जिहड़े करीब 45 दिन हो चुके हैं किसान बैठे हुए ने उत्थे, और की अज मसले का हल निकलेगा कि जिहड़ी इस बैठकां दौर तो पहला जिहड़ी अज गृह मंत्री दे नाल मुलाकात हुई है, उस तो बाद केंद्रीय वजारत के मंत्रियों ने आपस दे विच बैठक की है, कि उसका कोई हल निकलेगा, कि कोई अजिही गल सरकार दे वल्लों केंद्र सरकार दे वल्लों रखी जाएगी। असीं वार-वार जिक्र गौरव केंद्र सरकार दा तां कर रहे हैं क्योंकि किसानां ने करीब 4वीं-5वीं बैठक तो बाद ही स्पष्ट करता सी कि असीं जेकर गल करांगे तां हां और ना दे उपर ही होएगी, सानू कानून रद्द तो बिना होर कुछ भी मंजूर नहीं। तां करके केंद्र सरकार दे वल्लों कितना किते नज़र बन जाती है कि कोई नवा प्रपोजल या कोई नवी गलबात, क्योंकि पिछली मीटिंग दे विच गल बनी सी कि शायद MSP नूं लैके कोई वड्डा ऐलान हो जाए, शायद MSP नूं लैके केंद्र सरकार कोई वड्डा ऐलान कर देवे जिस दे नाल कोई विचकारला रास्ता निकल आवे, पर हले भी 8वें दौर की बैठक है, अज लंच ब्रेक हो चुकी है, पर स्थिति ज्यों दी त्यों बनी हुई है। बिल्कुल, तो ये भी इंपॉर्टेंट है कि इत्थे असीं अपडेट कर दिए। पंकज का रुख करते हैं, पंकज कुछ गलबात कर रहे हैं मनजिंदर सिंह सिरसा नाल। पंकज तो छकते हुए नजर आए सी, लग रहा है कि उम्मीद इस बार कुछ नहीं, ਅਸੀਂ तो देखो हर वारी उम्मीद ਨਾਲ ਹੀ ਆਉਨੇ ਆ, ਸਾਡੇ ਵੱਲੋਂ तो कोशिश यही आ, ਅਸੀਂ तो उम्मीद करते हैं कि सरकार किसानों की गल मन्नूगी। ये बहुत बड़ा एक मसला बनया होया है, सड़कों पर किसान बैठा है, और ਉਹਦੇ बावजूद अगर सरकार इस भावना ਨੂੰ नहीं समझती तो फिर ये सरकार की कमजोरी आ। सरकार ਨੂੰ ਇਹ ਗੱਲ ਨੂੰ भावना समझनी चाहिए, और सरकार ਨੂੰ बजाए कि किसानों ਨੂੰ बदनाम ਕਰਨ ਦੇ ਉਹਦਾ ਰਸਤਾ ਕੱਢਣਾ ਚਾਹੀਦਾ। ਲੰਗਰ ਦੇ ਵਿੱਚ ਕੀ ਲੈ ਕੇ ਆਏ ਔਰ ਕਿਸਾਨ ਜਥੇਬੰਦੀਆਂ ਦੇ ਲਈ ਹੈ ਜਾਂ ਫਿਰ ਪਿਛਲੀ ਵਾਰ ਮੰਤਰੀਆਂ ਨੇ ਖਾਦਾ ਨਹੀਂ ਸੀਗਾ? ਮੰਤਰੀ ਲੱਗ ਤੋਂ ਸੀਗੇ। ਦੇਖੋ ਅਸੀਂ ਤਾਂ ਲੰਗਰ ਲੈ ਕੇ ਆਉਨੇ ਆ, ਉਹ ਮੰਤਰੀ ਖਾਣ ਨਹੀਂ ਖਾਣ ਸਾਡੀ ਕੋਈ ਸਿਰਦਰਦੀ ਨਹੀਂ ਹੈਗੀ, ਅਸੀਂ ਤਾਂ ਆਪਣੇ ਕਿਸਾਨ ਭਰਾਵਾਂ ਦੀ ਸੇਵਾ ਵਾਸਤੇ ਆਉਨੇ ਹਾਂ। ਇਹ ਚੋਂ ਕੌਣ ਛਕੇਗਾ ਕੌਣ ਨਹੀਂ ਛਕੇਗਾ ਇਹ ਉਹਨਾਂ ਦੀ ਉੱਤੇ ਆ, ਉਹਨਾਂ ਦੇ ਉੱਤੇ ਵਿਵੇਕ ਤੇ ਆ। ਇਹਦੇ ਅੰਦਰ ਦਾਲ ਆ, ਸਬਜ਼ੀ ਆ, ਪੁਲਾਓ ਆ, ਪ੍ਰਸ਼ਾਦੇ ਆ, ਸੇਵੀਆਂ ਨੇ, ਮਿੱਠਾ ਹੈ। ਜਥੇਬੰਦੀਆਂ ਨੂੰ ਲੈ ਕੇ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਸਰਕਾਰਾਂ ਦੇ ਉੱਤੇ ਹੁਣ ਛੱਡ ਦਿੱਤਾ ਜਾਵੇ। ਸਰਕਾਰ ਕਹਿ ਰਹੀ ਕਿ ਅਸੀਂ ਅੱਗੇ ਵਧੇ ਹਾਂ, ਕਿਸਾਨ ਜਥੇਬੰਦੀਆਂ ਵੀ ਅੱਗੇ ਵਧਣ, ਕਾਨੂੰਨ ਜਿਹੜਾ ਵਾ ਸੂਬਾ ਸਰਕਾਰਾਂ ਦੇ ਉੱਤੇ ਛੱਡ ਦਿੱਤਾ ਜਾਵੇ। नहीं, मैनू इसकी जानकारी नहीं हैगी और ना ही मेरे कोई प्रतिक्रिया देना चाहना है, क्योंकि देखो ये बहुत बड़ा एक मसला है जिहड़ा किसानों ने अपनी खुद की लड़ाई लड़ के इत्थों तक पहुँचे आ। साडी किसी भी एक प्रतिक्रिया के नाल उन्हां दा कोई नुकसान होवे, बस मैं एक गल जरूर कहना चाहना है कि दिल्ली सिख गुरुद्वारा मैनेजमेंट कमेटी ते दिल्ली के लोग अपने किसान भरावां नाल खड़े आ। कितनी उम्मीदां इस दी मीटिंग नूं लैके नज़र आ रही हैं? नहीं, असीं तो बड़े आसमंद हैं, बड़ी उम्मीद हाँ, क्योंकि किसानों ने भी अपनी ताकत दिखाई है। ताकत कोई उन्होंने गलत तरीके नाल नहीं, ताकत उन्होंने ये दिखाई है कि देश के किसान साडे नाल ने और साडे नाल धक्का ना करो, साडे नाल बेइंसाफी हो रही है। लग रहा है अज मसले का हल होएगा, क्योंकि सरकार ने क्लीयर कर दिता है कि कानून रद्द नहीं होंगे, सोध करवा लो। सोध करवाने लैके सरकार लगातार ये गल कह रही है। नहीं, देखो जिहड़ियां मीटिंगां हुंदियां ने उहदे च हर कोई अपनी अपनी गल करदा है, ते डिप्लोमैटिक तरीके हुंदे ने मैसेज देण दे। सरकार नूं पता है कि किसानां दी गल मननी पऊगी, देर मननी पवे सवेर मननी पवे, हर कोई कोशिश करदा, कोई गल नहीं, वो भी कोशिश करके देख लैण। किसानां ने भी फिर अपनी ताकत दिखाई है, किसानां ने भी मैसेज दिता है कि असीं सुणन नूं तैयार हां गल, पर कानून रद्द करके साडे नाल गल करो, जिहड़े भी करने नवें कानून बनाओ। असीं कदों कहे कानून ना बनाओ? बीजेपी के लीडर ये कहते हुए नजर आए कि अकाली दल, आम आदमी पार्टी, कांग्रेस, अकाली दल का उन्होंने खास तौर पर जिक्र किया कि भड़का रहे हैं, किसानों को भड़का रहे हैं, इकट्ठे करने की कोशिश नहीं कर रहे, माहौल शांत करने की कोशिश नहीं कर रहे, भड़काने का काम जिहड़ा कीता जाए। देखो कोई असीं ना भड़का रहे, ना ही कोई साडे कहने ते भड़के, ना ही असीं लोगों को तुहाडे TV 18 के माध्यम तो खुद हथ जोड़ के बेनती करते हैं भी कोई ना भड़के, ना साडा भड़काउणा मकसद आ, ना ही भड़काउण दा कोई रस्ता निकलना। ये एक ऐसी अग आ जिहड़ी हरेक दे घर नूं खराब करूगी। सो पहली गल आ, किसानां ने बहुत लंबा संघर्ष किया है, उन्होंने अकाली दल, कांग्रेस, बीजेपी के नाम से बदनाम ना किया जाए। किसान किसान आ, किसान की पार्टी भी आ, धर्म भी आ, सूबा भी आ, पर इत्थे वो किसानी वास्ते आया, इत्थे किसी धर्म नूं लैके पार्टी लैके। 3 कानून रद्द करन तो इलावा किसान जथेबंदियां नूं भी अगे आना चाहिए है कि इस तो इलावा सरकार जो कह रही है वो कह रही कि उस तो अगे ना वधो। मैं ये कुछ नहीं प्रतिक्रिया दे सकता, बस एको प्रतिक्रिया दूंगा, असीं किसानां दे नाल खड़े हां। दिल्ली सिख गुरुद्वारा मैनेजमेंट कमेटी लंगर लैके पहुंची हुई है और ये वेखण वाली गल होएगी कि सिर्फ किसान आगू ही लंगर खाणगे या फिर मंत्री भी नाल बैठ के खाणगे, क्योंकि पिछली मीटिंग दे विच मंत्रियों ने लंगर नहीं छकिया सीगा और उस तो पिछली मीटिंग दे विच मंत्री और किसान जिहड़े ने इकट्ठे लंगर खांदे हुए नज़र आए सीगे और थोड़ी देर च लंगर जिहड़ा वा अंदर मीटिंग हॉल च जा रहा है और नज़रां इस दी मीटिंग नूं लैके टिकियां होईयां ने कि किस तरीके दे नाल मसले दा हल होएगा, किस तरीके दे नाल किसान जथेबंदियां राजी होणगियां, किस तरीके दे नाल सरकार राजी होएगी। नज़रां इस वेले इसे गल ते टिकियां होईयां ने।
ਤਾਂ ਨਜ਼ਰਾਂ ਟਿਕੀਆਂ ਹੋਈਆਂ ਨੇ 8ਵੇਂ ਦੌਰ ਦੀ ਇਹ ਬੈਠਕ ਜਾਰੀ ਹੈ ਤਾਂ ਹੁਣ ਲੰਚ ਬ੍ਰੇਕ ਹੋ ਰਹੀ ਹੈ। ਤਸਵੀਰਾਂ ਦਿਖਾ ਰਹੇ ਹਾਂ ਵਿਗਿਆਨ ਭਵਨ ਦੇ ਬਾਹਰ ਦੇ ਲਗਾਤਾਰ ਪੰਕਜ ਕਪਾਹੀ ਔਰ ਨਪਿੰਦਰ ਬਰਾੜ ਬਣੇ ਹੋਏ ਨੇ। ਹਰ ਇੱਕ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਅਸੀਂ ਲੰਚ ਬ੍ਰੇਕ ਹੋ ਰਹੀ ਹੈ ਔਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਹਰ ਵਾਰ ਤਰ੍ਹਾਂ ਇਸ ਵਾਰ ਵੀ ਲੰਗਰ ਭੇਜਿਆ ਗਿਆ ਤਾਂ ਉਮੀਦ ਉੱਪਰ ਦੁਨੀਆ ਕਾਇਮ ਹੈ। ਹਾਲੇ ਵੀ ਉਮੀਦ ਇਹੀ ਬਣੀ ਹੋਈ ਹੈ ਕਿ ਸ਼ਾਇਦ ਅੱਜ ਦੀ ਮੀਟਿੰਗ ਦੇ ਵਿੱਚ ਕੋਈ ਸਕਾਰਾਤਮਕ ਗੱਲ ਨਿਕਲੇ। ਸਾਡੇ ਨਾਲ ਲਗਾਤਾਰ ਮਹਿਮਾਨ ਬਣੇ ਹੋਏ ਨੇ। ਇੱਕ ਵਾਰ ਫਿਰ ਤੋਂ ਚੱਲਦੇ ਹਾਂ ਗੁਰਦੀਪ ਜੀ, ਤੁਹਾਡੇ ਤੋਂ ਅਸੀਂ ਜਾਣਨਾ ਚਾਹੁੰਦੇ ਹਾਂ ਕਿਉਂਕਿ ਅੱਜ ਵੀ ਕਹਿ ਰਹੇ ਨੇ, ਗੱਲ ਇਹੀ ਲੱਗ ਰਹੀ ਹੈ ਕਿ ਸ਼ਾਇਦ ਅੱਜ ਗੱਲਬਾਤ ਦੇ ਰਾਹੀਂ ਮਸਲਾ ਹੱਲ ਹੋ ਜਾਵੇ। ਤਾਂ ਕਿਤੇ ਨਾ ਕਿਤੇ ਗੱਲ ਹੋ ਰਹੀ ਸੀ ਐਮਐਸਪੀ ਦੇ ਉੱਪਰ, ਤੋਂ ਲੱਗਦਾ ਨਹੀਂ ਕਿ ਐਮਐਸਪੀ ਦਾ ਵੀ ਮੁੱਦਾ ਕਿਤੇ ਨਾ ਕਿਤੇ ਕਾਨੂੰਨ ਰੱਦ ਕਰਨ ਦੇ ਨਾਲ ਹੀ ਬਰਾਬਰ ਹੈ, ਵੱਡਾ ਬਣਿਆ ਹੋਇਆ ਹੈ। ਦੇਖੋ ਜੀ, ਪਹਿਲਾਂ ਹੀ ਮੈਂ ਦੱਸਿਆ ਸੀਗਾ ਤਿੰਨੇ ਕਾਨੂੰਨ ਤੇ ਐਮਐਸਪੀ ਦਾ ਕਾਨੂੰਨ ਵੀ ਬਣਾਉਣਾ ਸਾਡਾ ਮੁੱਦਾ। ਦੂਜੀ ਗੱਲ, ਅਸ਼ੋਕ ਜੀ ਨੇ ਕਿਹਾ ਸੀ ਕਿ ਸਰਕਾਰ ਪਾਲਿਸੀ ਬਣਾਉਂਦੀ ਹੈ। ਮੈਂ ਤਾਂ ਜੀ ਜੋ ਇਹ ਕਹਿ ਰਿਹਾ ਕਿ ਸਰਕਾਰਾਂ ਪਾਲਿਸੀਆਂ ਪ੍ਰਜਾ ਦੇ ਵਿਰੁੱਧ ਬਣਾਉਂਦੀਆਂ ਹੁੰਦੀਆਂ। ਕਿਸਾਨ ਕਹਿ ਰਿਹਾ ਕਿ ਜਿਹੜੀ ਤੁਹਾਡੀ ਪਾਲਿਸੀ ਆ, ਜਿਹੜਾ ਤੁਹਾਡਾ ਕਾਨੂੰਨ ਹੈ, ਇਹ ਸਾਡੇ ਫਿੱਟ ਨਹੀਂ, ਸਾਡੇ ਹਜਮ ਨਹੀਂ ਆਉਂਦਾ। ਉਹ ਹੁਣ ਧੱਕੇ ਨਾ ਕਹਿ ਰਹੇ ਕਿ ਸਰਕਾਰ ਨੇ ਪਾਲਿਸੀ ਬਣਾਤੀ, ਅਸੀਂ ਤਾਂ ਠੋਸਣੀ ਹੈ। ਹੁਣ ਫਿਰ ਕਿਸਾਨਾਂ ਕੋਲੇ ਕੀ ਹਾਲ ਆ? ਕਿਸਾਨਾਂ ਨੇ ਜਿਹੜੇ ਕਾਨੂੰਨ ਸਾਡੇ ਵਿਰੁੱਧ ਬਣਾਏ ਆ, ਆਮ ਲਕਾਈ ਵਿਰੁੱਧ ਬਣਾਇਆ, ਉਹ ਅਸੀਂ ਸ਼ਾਂਤਮਈ ਢੰਗ ਨਾਲ ਪੰਜਾਬ ਤੋਂ ਫਿਰ ਵਾਪਸ ਆਉਂਗਾ। ਮਾਫੀ ਚਾਹੁੰਦਾ, ਅਪਡੇਟ ਆ ਰਹੀ ਹੈ ਦਿੱਲੀ ਤੋਂ ਫਿਰ ਵਿਗਿਆਨ ਭਵਨ ਤੋਂ। ਪੰਕਜ, ਓਵਰ ਟੂ ਯੂ। ਪੁੱਲਰ, ਇਸ ਵੇਲੇ ਸਭ ਤੋਂ ਅਹਿਮ ਜਾਣਕਾਰੀ ਇਹ ਮਿਲੀ ਹੈ ਕਿ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਹੋਰਾਂ ਨੇ ਕਿਸਾਨ ਜਥੇਬੰਦੀਆਂ ਦੇ ਸਾਹਮਣੇ ਅਪੀਲ ਕੀਤੀ। ਉਹਨਾਂ ਨੇ ਕਿਹਾ ਕਿ ਪੂਰੇ ਦੇਸ਼ ਨੂੰ ਦੇਖ ਕੇ ਕਾਨੂੰਨ ਬਣਾਏ ਗਏ ਨੇ, ਇਸ ਮੁਤਲਕ ਚਰਚਾ ਕਰਨੀ ਚਾਹੀਦੀ ਹੈ। ਸਿਰਫ ਪੰਜਾਬ ਅਤੇ ਹਰਿਆਣਾ ਦਾ ਮਸਲਾ ਨਹੀਂ ਹੈ। ਕਿਸਾਨਾਂ ਨੂੰ ਅਪੀਲ ਕੀਤੀ ਕਿ ਪੂਰੇ ਦੇਸ਼ ਦੇ ਲਈ ਇਹ ਕਾਨੂੰਨ ਨੇ ਔਰ ਪੂਰੇ ਦੇਸ਼ ਨੂੰ ਦੇਖਦੇ ਹੋਏ ਕਿਸਾਨ ਜਿਹੜੇ ਨੇ ਇਹਨਾਂ ਕਾਨੂੰਨਾਂ ਨੂੰ ਲੈ ਕੇ ਚਰਚਾ ਕਰਨ। ਲੇਕਿਨ ਕਿਸਾਨ ਜਥੇਬੰਦੀਆਂ ਨੇ ਕਲੀਅਰ ਕੀਤਾ, ਕਿਸਾਨ ਜਥੇਬੰਦੀਆਂ ਕਹਿ ਰਹੀਆਂ ਕਿ ਕਾਨੂੰਨ ਰੱਦ ਹੋਣੇ ਚਾਹੀਦੇ ਹੈ। ਲੇਕਿਨ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਹੋਰਾਂ ਨੇ ਕਿਹਾ ਕਿ ਇਹ ਕਾਨੂੰਨ ਪੂਰੇ ਦੇਸ਼ ਦੇ ਲਈ ਨੇ ਔਰ ਪੂਰੇ ਦੇਸ਼ ਨੂੰ ਦੇਖਦੇ ਹੋਏ ਕਿਸਾਨ ਜਥੇਬੰਦੀਆਂ ਇਸ ਨੂੰ ਲੈ ਕੇ ਚਰਚਾ ਕਰਨ। ਲੇਕਿਨ ਕਿਸਾਨ ਜਥੇਬੰਦੀਆਂ ਇਸ ਗੱਲ ਨੂੰ ਲੈ ਕੇ ਰਾਜ਼ੀ ਨਹੀਂ ਹੋਈਆਂ। ਇਸ ਵੇਲੇ ਦੀ ਸਭ ਤੋਂ ਵੱਡੀ ਜਾਣਕਾਰੀ ਦੇ ਰਹੇ ਹਾਂ, ਅੰਦਰ ਦੀ ਖਬਰ ਮਿਲ ਰਹੀ ਹੈ ਕਿ ਖੇਤੀਬਾੜੀ ਮੰਤਰੀ ਹੋਰਾਂ ਨੇ ਕਿਹਾ, ਨਰਿੰਦਰ ਸਿੰਘ ਤੋਮਰ ਹੋਰਾਂ ਨੇ ਕਿਹਾ ਕਿ ਸਿਰਫ ਪੰਜਾਬ ਹਰਿਆਣਾ ਦਾ ਮਸਲਾ ਨਹੀਂ, ਪੂਰੇ ਦੇਸ਼ ਦਾ ਮਸਲਾ ਹੈ, ਪੂਰੇ ਦੇਸ਼ ਦੇ ਲਈ ਕਾਨੂੰਨ ਹੈ ਔਰ ਇਸ ਕਰਕੇ ਕਿਸਾਨ ਜਥੇਬੰਦੀਆਂ ਨੂੰ ਪੂਰੇ ਦੇਸ਼ ਨੂੰ ਧਿਆਨ 'ਚ ਰੱਖਦੇ ਹੋਏ ਇਸ ਮੁਤਲਕ ਚਰਚਾ ਕਰਨੀ ਚਾਹੀਦੀ ਹੈ, ਕਾਨੂੰਨ ਨੂੰ ਲੈ ਕੇ ਚਰਚਾ ਕਰਨੀ ਚਾਹੀਦੀ ਕਿ ਕੀ ਸੋਧ ਕੀਤਾ ਜਾਵੇ। ਲੇਕਿਨ ਜਥੇਬੰਦੀਆਂ ਇਸ ਗੱਲ ਨੂੰ ਲੈ ਕੇ ਰਾਜ਼ੀ ਨਹੀਂ ਹੋਈਆਂ। ਜਥੇਬੰਦੀਆਂ ਦਾ ਕਹਿਣਾ ਸੀਗਾ ਕਿ ਕਾਨੂੰਨ ਰੱਦ ਹੋਣ। ਔਰ ਇਹ ਤਸਵੀਰ ਮੈਂ ਦਿਖਾਣਾ ਚਾਹੁੰਦਾ ਕਿ ਇਸ ਵੇਲੇ ਲੰਗਰ ਵਾਲੀ ਗੱਡੀ ਜਿਹੜੀ ਹੈ ਉਹ ਵੀ ਚੱਲ ਪਈ ਹੈ। ਇਹ ਵੀ ਅੰਦਰ ਜਿਹੜੀ ਹੈ ਉਹ ਜਾਣ ਦੇ ਲਈ ਬਕਾਇਦਾ ਤੌਰ ਤੇ ਇੱਥੋਂ ਚੱਲ ਗਈ ਹੈ। ਔਰ ਖੇਤੀਬਾੜੀ ਮੰਤਰੀ ਹੋਰਾਂ ਨੇ ਕਿਹਾ, ਕਿਸਾਨਾਂ ਨੂੰ ਅਪੀਲ ਕੀਤੀ, ਕਿਸਾਨਾਂ ਨੂੰ ਕਿਹਾ ਕਿ ਪੂਰੇ ਦੇਸ਼ ਦੇ ਲਈ ਕਾਨੂੰਨ ਹੈ, ਪੂਰੇ ਦੇਸ਼ ਦੇ ਲਈ ਕਾਨੂੰਨ ਹੈ ਔਰ ਇਸ ਨੂੰ ਧਿਆਨ 'ਚ ਰੱਖਦੇ ਹੋਏ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਚਰਚਾ ਕਰਨ। ਲੇਕਿਨ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਹਰ ਵਾਰ ਤੁਸੀਂ ਇਸੇ ਗੱਲ ਦਾ ਜ਼ਿਕਰ ਕਰਦੇ ਹੋ ਔਰ ਫਿਲਹਾਲ ਇਸ ਗੱਲ ਨੂੰ ਲੈ ਕੇ ਚਰਚਾ ਜਿਹੜੀ ਉਹ ਨਹੀਂ ਕੀਤੀ ਜਾਏਗੀ। ਗੌਰਵ, ਬਿਲਕੁਲ ਪੰਕਜ, ਤਾਂ ਲਗਾਤਾਰ ਅਪਡੇਟ ਤੁਸੀਂ ਦੇ ਰਹੇ ਹੋ ਸਾਨੂੰ। ਤਾਂ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਪੂਰੇ ਦੇਸ਼ ਦੇ ਲਈ ਇਹ ਖੇਤੀ ਕਾਨੂੰਨ ਨੇ ਇਹ ਕਿਹਾ ਇਸ ਲੰਚ ਬ੍ਰੇਕ ਦੌਰਾਨ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ। ਤਾਂ ਉਹਨਾਂ ਨੇ ਅਪੀਲ ਕੀਤੀ ਹੈ ਕਿ ਜਿਹੜੀ ਹੈ ਕਿ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਸਾਰੇ ਹੀ ਦੇਸ਼ ਦੇ ਕਿਸਾਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਸ ਗੱਲਬਾਤ ਨੂੰ ਅੱਗੇ ਵਧਾਓ। ਤਾਂ ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ। ਤਾਂ ਹੁਣ ਤੋਂ ਥੋੜੀ ਦੇਰ ਬਾਅਦ ਜਿਹੜਾ ਲੰਚ ਬ੍ਰੇਕ ਹੋਈ ਆ, ਉਹ ਥੋੜੀ ਦੇਰ ਬਾਅਦ ਜਿਹੜੀ ਹੈ ਹੁਣ ਉਹ ਲੰਚ ਸ਼ੁਰੂ ਹੋ ਜਾਣਾ। ਠੀਕ ਉਸ ਤੋਂ ਪਹਿਲਾਂ ਨਰਿੰਦਰ ਸਿੰਘ ਤੋਮਰ ਉਹਨਾਂ ਨੇ ਕਿਹਾ ਕਿ ਸਿਰਫ ਪੰਜਾਬ ਤੇ ਹਰਿਆਣਾ ਦਾ ਮਸਲਾ ਨਹੀਂ, ਤਾਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਜਿਹੜਾ ਮਸਲਾ ਇਹ ਦੇਸ਼ ਵਿਆਪੀ ਹੈ। ਸਾਰੇ ਹੀ ਦੇਸ਼ ਦੇ ਕਿਸਾਨਾਂ ਨੂੰ ਧਿਆਨ ਦੇ ਵਿੱਚ ਰੱਖੇ ਹੋਏ ਹਰ ਇੱਕ ਪੱਖ ਨੂੰ, ਹਰ ਇੱਕ ਗੱਲ ਨੂੰ ਉਸ ਤਰੀਕੇ ਦੇ ਨਾਲ ਅੱਗੇ ਵਧਾਇਆ ਜਾਵੇ। ਤਾਂ ਹਰ ਇੱਕ ਅਪਡੇਟ ਤੁਹਾਨੂੰ ਦੇ ਰਹੇ ਹਾਂ। ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਹੈ, ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਸਿੱਧੇ ਤੌਰ ਦੇ ਉੱਪਰ, ਖਾਸ ਤੌਰ ਦੇ ਉੱਪਰ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ। ਉਹਨੇ ਕਿਹਾ ਕਿ ਜਿਹੜਾ ਮਸਲਾ ਇਹ ਕੇਵਲ ਦੋ ਸਟੇਟਾਂ ਦਾ, ਪੰਜਾਬ ਤੇ ਹਰਿਆਣਾ ਦਾ ਨਹੀਂ, ਸਗੋਂ ਕਿ ਦੇਸ਼ ਵਿਆਪੀ ਔਰ ਸਾਰੇ ਹੀ ਬਾਕੀ ਜਿੰਨੇ ਵੀ ਸਟੇਟਾਂ ਦੇ ਕਿਸਾਨ ਨੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਇਸ ਗੱਲਬਾਤ ਨੂੰ ਅੱਗੇ ਤੋਰਨ ਔਰ ਉਸੇ ਦੇ ਉੱਪਰ ਹੀ ਅਮਲ ਕਰਨ। ਤਾਂ ਲਗਾਤਾਰ ਅਸੀਂ ਤੁਹਾਨੂੰ ਅਪਡੇਟ ਦੇ ਰਹੇ ਹਾਂ। ਗੌਰ ਪੰਕਜ, ਤੁਸੀਂ ਬਣੇ ਰਹੋ, ਥੋੜੀ ਦੇਰ ਬਾਅਦ ਫਿਰ ਤੁਹਾਡੇ ਕੋਲ ਆਵਾਂਗੇ। ਤੌਰ ਗੱਲਬਾਤ ਦਾ ਸਿਲਸਿਲਾ ਵੀ ਲਗਾਤਾਰ ਬਣਿਆ ਹੋਇਆ, ਸਾਡੇ ਨਾਲ ਮਹਿਮਾਨ ਵੀ ਬਣੇ ਹੋਏ ਨੇ ਔਰ ਇਸ ਵੇਲੇ ਹੁਣ ਤੋਂ ਥੋੜੀ ਦੇਰ ਬਾਅਦ ਜਿਹੜੇ ਆ ਉਹ ਲੰਚ ਬ੍ਰੇਕ ਸ਼ੁਰੂ ਹੋ ਜਾਣੀ ਹੈ। ਜਿਹੜੇ ਲੰਗਰ ਲੈ ਕੇ ਆਈ ਆ ਗੁਰਦੁਆਰਾ ਕਮੇਟੀ ਦੀ ਗੱਡੀ ਆ, ਉਹ ਹੁਣ ਵਿਗਿਆਨ ਭਵਨ ਦੇ ਅੰਦਰ ਐਂਟਰ ਹੋ ਚੁੱਕੀ ਹੈ ਔਰ ਹੁਣ ਤੋਂ ਥੋੜੀ ਦੇਰ ਬਾਅਦ ਜਿਹੜਾ ਲੰਚ ਆ ਉਹ ਸ਼ੁਰੂ ਹੋ ਜਾਵੇਗਾ। ਇੱਕ ਵਾਰ ਫਿਰ ਤੋਂ
ਵਾਪਸ ਚੱਲਦੇ ਹਾਂ ਅਸੀਂ, ਸਾਡੇ ਨਾਲ ਮਹਿਮਾਨ ਜੁੜੇ ਹੋਏ ਨੇ। ਇੱਕ ਵਾਰ ਫਿਰ ਤੋਂ ਦੱਸ ਦਈਏ, ਗੁਰਦੀਪ ਸਿੰਘ ਜਿਹੜੇ ਕਿ BKU ਡਕੌਂਦਾ ਤੋਂ ਨੇ, ਔਰ ਪ੍ਰੋਫੈਸਰ ਮਨਜੀਤ ਸਿੰਘ ਖੇਤੀਬਾੜੀ ਮਾਹਰ ਨੇ, ਔਰ BJP ਤੋਂ ਅਸ਼ੋਕ ਭਾਰਤੀ ਜੁੜੇ ਹੋਏ ਨੇ। ਇੱਕ ਵਾਰ ਫਿਰ ਤੋਂ ਚੱਲਦੇ ਹਾਂ। ਗੁਰਦੀਪ ਜੀ, अपील की गई है किसानों और कहा गया केंद्रीय खेतीबाड़ी मंत्री के वालों कि जिहड़ा यह मुद्दा है वह केवल पंजाब ते हरियाणा के किसानों का नहीं सगों कि देश व्यापी किसानों का है और उन्होंने ध्यान दे विच रख के ही सारी गलबात की जाए। ਅਸੀਂ भी समझते हैं जी देश व्यापी है मसला, इसे करके तो असीं कह रहे कि तिन्ने कानून रद्द करो, MSP का कानून बनाया जाए। साडे कोल तत्थ पिया बिहार का की हालत बनाती है उत्थे, असीं तां आप कहने कि तिन्ने कानून विड्रा करो, इनू रद्द करो, MSP का कानून बनाओ, सारियां जिहड़ियां जिनसां वो सरकारी उहदी खरीद होवे ताकि जिहड़ा भारत का सारा किसान वो अपनी जिथे जिथे जिहड़ी भी जिनस कोई पैदा करता वो विक सके। बिल्कुल बिल्कुल, तो रिएक्शन लैने वास्ते अशोक जी तो कह रहे हैं कि जेडे तुसी कानून की गल कर रहे हो या फिर हवाला दे रहे हैं, उन्होंने बिहार की गल की तो सीधे तौर के उपर जी अपील भी की गई केंद्रीय गृह मंत्री के वालों, तो किसान कह रहे हैं कि क्यों क्यों उन्होंने गल नहीं सुन रही केंद्र, जो वो खुश ही नहीं तो उन्होंने गल क्यों नहीं मान रहे, और जेडे फार्मूले तुसी गल कर रहे हो उस दे विच किसी भी हाल दे विच किसान खुश नजर नहीं आ रहे। नरेंद्र तोमर ने जो गल कही है उत्थे कि यह कानून सेंट्रल एक्ट है और सेंट्रल एक्ट पूरे देश के विच ही लागू होंगे और सानू जिहड़ी उत्थे डिस्कशन करनी चाहिए पूरे देश के किसानों नूं ध्यान च रख के करनी चाहिए। जे असीं कानूनों की गल करिए तो जिहड़ा कंट्रैक्ट फार्मिंग एक्ट है ये पहले पंजाब दे विच लागू 2013 तो लागू है, पंजाब दे विच लागू है, पंजाब दा एक्ट है, सरदार प्रकाश सिंह बादल ने लागू किया, उस और ऐसा कोई फर्क नहीं है। जे तुसीं देखो तो बहुत थोड़ा नॉमिनल फर्क भी पीरीयड का फर्क है, और कोई फर्क नहीं है। तां करके मैं जो उन्होंने गल की पूरे देश के किसानों की उस दे विच उन्होंने मीटिंग कर रहे और मीटिंग होएगी और ठीक हो जाएगा, हल मसला हल हो ही जाना इस तो ठीक है। बिल्कुल, तो BJP नूं हले भी लग रहा कि मसला हल हो जाना। एक बार फिर तो चलते हैं प्रोफैसर साहब, तो BJP लगातार यही गल कह रही है, अशोक जी भी यही गल कह रहे हैं कि गलबात के नाल मसला हल हो जाना, पर वह दिन वह सुभागी घड़ी जेकर कह लीए वो कदों आएगी कि अज गलबात दा हल निकलता नजर आ रहा है। और जिहड़ी अपील की है केंद्रीय गृह माफ करना खेतीबाड़ी मंत्री नरेंद्र सिंह तोमर ने कि सारे ही देश नूं ध्यान दे विच रख के ये कानून बनाया गया, कि तुसीं इस गल नाल किस हद तक सहमत हो? नहीं देखो, आइडिया साफ है, जिस तरह शुरू च ही असी मैं तो मीटिंग ते कहता सीगा कि बहुता उम्मीदां दे नहीं लग रही, ज़्यादा उम्मीदां ते पानी फिरदा ही नज़र आ रहा। मैं तो शुरू च मीटिंग च पहले सेंटेंसेस ही मेरे ये सी उहदा, पर अज दी अहम मीटिंग मैं तुहानूं इहदी महत्ता इस तरीके नाल दसदा कि इहदे विच जो तोमर जी ते पीयूष गोयल जी अंदर गलबात कर रहे आ वो प्रधानमंत्री दी ही गलबात समझो इनडायरैक्टली, क्योंकि जिहड़े होम मिनिस्टर आ वो लगातार कोई इहो जी सलाह नहीं देंदे जिहड़ी प्रधानमंत्री जी वालों मंजूर ना होवे, खासकर इहो जे बड़े अहम मुद्दों के उत्ते। तो क्योंकि पीयूष गोयल ते जिहड़े नरेंद्र तोमर जी आ ये मिल के आए आ होम मिनिस्टर नूं, तो उदों बाद मीटिंग च बैठे आ ते आके उन्होंने अपडेट किया सोम प्रकाश जी नूं कि देखो आ साडी गलबात होई आ नरेंद्र मोदी जी चाहुंदे आ। मैं उम्मीद कर रहा कि इंज होया होऊगा कि आ नरेंद्र मोदी जी चाहुंदे आ सानूं होम मिनिस्टर ने आ गल कही आ, इन्नी गल करनी आ, इन्नी गल असीं नहीं करनी, ये गल दी शुरुआत है। हुण इस गल नूं तुसीं किवें पढ़ोगे कि सारे देश का मामला? मैं उन्होंने इस तरह पढ़दा कि तुसीं पहलां भी देख लिया कि इन्हां यूनीयन दे नाल नाल कुछ होर यूनीयनां किसानां दियां लगातार उन्होंने एक्टिवेट करके वो मीटिंगां कर रही, उहदे नाल नरेंद्र तोमर जी नाल भी कर रही, वो कल नूं होम मिनिस्टर नाल भी करनगे, प्राइम मिनिस्टर नाल भी करनगे, और जिहड़ियां कहणगीਆਂ कि इहदे वर्गे इहदे नालों वधिया कोई कानून होर है ही नहीं। इधर नूं गल जाण दे मैनूं ज़्यादा चांस लगते। अज एक यूनीयन उठ के हरियाणे च चले गई है, देखो जी SYL का मामला हल करो, ये की गल करते फिरदे हैं तुसीं, साडा पहला मामला ये हल होना चाहिए, बड़ी देर दा लटके आया, इसनूं करो। इसका मतलब आ कि जिहड़ी सरकार आ अजे भी वो राजनीति करन वाल ज़्यादा ध्यान हैगा आ, मसले दे उस तरीके नाल सीधा सीधा ये समझ के कि किसान जिहड़े आ परेशान आ, इहदा हल करके ते असीं इसनूं वापस करिए, वो अजे उधर नूं मूड विच नहीं है। एक होर भी तुसीं देखो
बाकी गल्लां छड्ड दिओ कि पार्टियां दा जां इदां है वो जिहड़ा चलो वो उन्होंने अपनी स्टेट ने अपने तौर ते इनू थोड़ा करन दी कोशिश कीती है, कदी पार्टियां दा कदी किसी किस्म दा बनाउण दी कोशिश कीती, कदी लैफ्टां दा। पर जिहड़ा कल लखा सिंह जिहड़े नानकसर वाले हैगे आ कलेरां वाले उन्हां नूं विच पाउण दी की लोड़ सीगी, मैनूं समझ नहीं आउंदी है। बिल्कुल इनू लग रहण दिओ, ये पोलीटिकल मामले हैगे आ, ये राजनीतिक एक पासे किसान है एक पासे स्टेट है, विच किसी नूं इंज ना करो, इहदे नाल मामला होर उलझ जाऊगा। और क्योंकि देखो जिहड़े साडे जिन्ने भी कोई भी यह जिहियां संस्थान हैगे आ वो सर्व प्रवानित आ, पार्टियां नालों अलग आ, पॉलिटिक्स नालों अलग हैगे आ। जो ही वो इहो जी गल करन लगणगे वो धिर वांगू लगन लग जाणगे। ये उन्हां बाबियां दा भी नुकसान होऊ ते मुद्दे दा भी नुकसान होऊगा। मेरा ख्याल है कि जिहड़ी कल मुलाकात करवाई गई है कुछ बीजेपी के स्पोक्समैन वालों उन्हां दे नाल पौने 2 घंटे, ठीक है पर्सनल मीटिंग है, ठीक है, पर यह गल बाद विच आउणी। बाबा जी ने लखा सिंह ने कहा कि देखो जी तो नरिंਦਰ तोमर दी अखां च आंसू सीगे, जे वो किसानां नाल कंसर्नड आ ते तां ही ते अथरू आए होणगे, उंज अथरू हुण ये गल्लां देखो इहदा मतलब यह है कि किते ना किते वो धिर बन के किसानां नूं समझाउण वाल भी चल सकदे आ। इस तरह नहीं सी होना चाहिए। मेरा बीजेपी नूं ये रिक्वेस्ट होगी जिहड़ी सरकार नूं जानी बीजेपी कहा जाता मूँह चो, सरकार नूं ये रिक्वेस्ट ये होगी कि वो बिल्कुल इहो जे साधन कोई ना इस्तेमाल करन, इहो जे तरीके इस्तेमाल ना करन जिहदे नाल मामला सगों सुलझण दी जगह होर उलझ जाए। पर एक गल जिहड़ी ठीक है कि अज दी जिहड़ी मीटिंग है उसकी महत्ता इहो होगी कि वो बिल्कुल बिल्कुल मामला उसदा होना नहीं चाहिए। प्रोफेसर साहब माफी चाहना, वापस थोड़े को आ रहे हैं, थोड़ी देर में एक अपडेट आ रही है तो मीटिंग तो लाइव अपडेट आ रही है। पंकज की अपडेट है? ਤਾਂ ਗੱਲਬਾਤ ਦੌਰਾਨ ਕੇਂਦਰ ਅਤੇ ਕਿਸਾਨਾਂ ਵਿਚਾਲੇ ਅੜੀ ਦੇਖਣ ਨੂੰ ਮਿਲੀ ਹੈ। ਤੋਮਰ ਦੇ ਵੱਲੋਂ ਕਾਨੂੰਨ ਤੇ ਚਰਚਾ ਕਰਨ ਦੀ ਅਪੀਲ ਕੀਤੀ ਗਈ ਹੈ। ਤਾਂ ਪੰਕਜ ਕੀ ਅਪਡੇਟ ਹੈ ਇਸ ਵੇਲੇ ਵਿਗਿਆਨ ਭਵਨ ਤੋਂ? पंकज की तुसी मैनू सुन पा रहे हो? तो लगातार तुहानूं अपडेट दे रहे हैं। तो तोमर दे वल्लों कानून चर्चा नूं लैके किसानां नूं अपील भी की गई और उन्होंने कहा कि सिर्फ पंजाब ते हरियाणे का नहीं बल्कि समुचे देश नूं ध्यान दे विच रख के कानून बनाया गया और किसानां नूं भी उस तरीके दे नाल ही गलबात करनी चाहिए है। तो सब तो पहला तो सब तो जल्दी असीं हर एक अपडेट तुहाडे तक पहुँचा रहे हैं। तो 8वें दौर की जिहड़ी गलबात है वो जारी है और गलबात दौरान केंद्र ते किसानां विचाले अड़ी देखण नूं मिली है। तो वड्डी खबर किसानां ते केंद्र दे विचाले अड़ी देखण नूं मिली और तोमर दे वल्लों कानून ते चर्चा करन दी अपील की गई और किसानां ने चर्चा करन तो साफ इनकार कर दिता है। वड्डी खबर इस वेले दी सब तो पहला ते स्ट्रीक अपडेट न्यूज़ 18 पंजाब ते तां किसानां नूं जिहड़ी अपील की गई सी उसका किसानां ने साफ इनकार कर दिता। किसानां ने कहा कि कानून रद्द करो, सौदा साडे हक विच नहीं है, कहा बलबीर सिंह राजेवाल ने। एक बार फिर तो चलते हैं पंकज दे कोल। पंकज ता अपील की गई सी और किसानां ने अपील नूं दरकिनार कर दिता है। बिल्कुल भुल्लर, इस वेले अंदर की जो खबर निकल के सामने आ रही है, नरिंਦਰ ਸਿੰਘ तोमर खेतीबाड़ी मंत्री ने किसान जथेबंदियां नूं कहा कि कुछ देश दीयां जथेबंदियां इन्हां कानून दे हक दे विच ने, उन्हां नूं आके समर्थन दे रहीआं ने और इस करके कानून नूं लैके एक बार फिर तो चर्चा करनी चाहिए है और संशोधन जो करवाना है सरकार किसानां दे नाल है। अगर कुछ भी संशोधन कानून नूं लैके करवाना है तो सरकार पूरी तरीके दे नाल तैयार है, संशोधन करन नूं तैयार है। लेकिन नरिंਦਰ ਸਿੰਘ तोमर दे इन्हां सवालों का जवाब देंदे हुए बलबीर सिंह राजेवाल होरां ने कहा, बलबीर सिंह राजेवाल जो किसान आगू ने उन्होंने कहा कि अगर किसानों का हक चाहते हो तो कानून रद्द करो, इस तो इलावा सानू कुछ और मंजूर नहीं है। बलबीर सिंह राजेवाल होरां ने साफ तौर पर कहा कि जथेबंदियां और किसान तां ही उठणगे जदों बाकायदा तौर पर कानून रद्द होणगे। साडा अगर तुसी फायदा चाहते हो तो कानून रद्द करो, संशोधन नूं लैके जथेबंदियां राजी नहीं होणगियां। शुरुआती दौर च गलबात की गई, उस तो बाद कुछ किसान जथेबंदियां ने कहा, इस वेले दी अहम जानकारी दे रहे हैं, सब तो वड्डी जानकारी दे रहे हैं, कुछ किसान जथेबंदियां दे आगूआं ने कहा कि भाजपा के लीडर, पंजाब भाजपा के लीडर किसान आगूआं नूं गालां कढ रहे ने,
ਕੁਝ ਕਿਸਾਨ ਆਗੂਆਂ ਨੂੰ ਗਾਲਾਂ ਭਾਜਪਾ ਦੇ ਲੀਡਰ ਕੱਢ ਰਹੇ ਨੇ। ਇਹ ਮੀਟਿੰਗ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ। ਇਹ ਮੀਟਿੰਗ ਦੇ ਵਿੱਚ ਕਿਸਾਨ ਆਗੂਆਂ ਵੱਲੋਂ ਕਿਹਾ ਗਿਆ ਕਿ ਪੰਜਾਬ ਭਾਜਪਾ ਦੇ ਲੀਡਰ ਜਿਹੜੇ ਨੇ ਉਹ ਕਿਸਾਨ ਆਗੂਆਂ ਨੂੰ ਗਾਲਾਂ ਕੱਢ ਰਹੇ ਨੇ। ਔਰ क्यों गालां कड्डियां जा रही ने, साडा कसूर की है, क्यों इस तरीके नाल साडे ते इल्जाम लगाए जा रहे हैं। ये मीटिंग दे विच चर्चा का विषय बनया और इस बारे खेतीबाड़ी मंत्री होरां ने कहा कि सानू इस मुतल्लक कोई जानकारी नहीं है कि कौन की कुछ कह रहा है। मीटिंग के अंदर गलबात हो रही है, कानूनों को लैके गलबात हो रही है, लेकिन साफ तौर पर यह किसान आगू कहते हुए नजर आए। जो अंदरों जानकारी मिली है कि भाजपा के कुछ लीडर जिहड़े ने किसान आगूआं नूं गालां कढ रहे ने और लगातार मीडिया दे विच गालां कड्डियां जा रही ने। इसका जिक्र मीटिंग के अंदर होया। ये इस वेले दी अहम जानकारी मिल रही है। भुल्लर बिल्कुल बिल्कुल पंकज, तो इस वेले दी वड्डी ते अहम खबर, तो वड्डी खबर सामने आ रही है कि कानून रद्द करने की जिहड़ी अपील की गई सी